अगला सवाल जिहड़ा है वो फिर इतिहास नाल संबंध रखता है। तो इतिहास 'ਚ ਆਪਾਂ ਦੇਖਦੇ ਹਾਂ ਕਿ ਜਿਹੜਾ ਸਾਡਾ ਹੁਣ ਪਿਛਲਾ 15ਵਾੜਾ ਲੰਘ ਕੇ ਗਿਆ ਦਸੰਬਰ ਦਾ ਸੈਕੰਡ ਹਾਫ ਜਿਹੜਾ ਹੈ, ਇਹਦੇ ਵਿੱਚ ਦੁਨੀਆ ਦੀ ਅਸਾਮੀ ਜੰਗ ਜਿੱਥੇ ਚਮਕੌਰ ਸਾਹਿਬ ਦੀ ਹੋਈ ਹੈ, ਉੱਥੇ ਦੁਨੀਆ ਵਿੱਚ ਨਾ ਮਿਸਾਲ ਮਿਲਣ ਵਾਲੀ ਨਾ ਕਦੀ ਹੋਈ ਹੈ ਤੇ ਨਾ ਹੀ ਕੋਈ ਹੋਏਗੀ, ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਔਰ ਕਈ ਤਰ੍ਹਾਂ ਦੇ ਪਹਿਲੇ ਤਸੀਹੇ ਦਿੱਤੇ ਗਏ। तो ये सारा जिहड़ा एपीसोड है ये बड़ा ही महत्वपूर्ण, ਉਹਦੇ ਬਾਰੇ ਇੱਕ ਸਾਡਾ ਸਵਾਲ ਆਇਆ ਸਾਡੇ ਕੋਲ ਕਿ ਉਹਨਾਂ 'ਚ ਕਿਉਂਕਿ ਜ਼ਿਕਰ ਆਉਂਦਾ ਵੀ ਜਿਸ ਵੇਲੇ ਸਰਸਾ ਨਦੀ ਕ੍ਰਾਸ ਕੀਤੇ ਤਾਂ ਕੁਮਾ ਮਾਸ਼ਕੀ ਦਾ ਜ਼ਿਕਰ ਆਇਆ, ਜਿਸ ਵੇਲੇ ਠੰਡੇ ਬੁਰਜ ਵਿੱਚ ਮਹਾਰਾਜ ਮਾਤਾ ਜੀ ਔਰ ਸਾਹਿਬਜ਼ਾਦੇ ਸਨ ਤਾਂ ਮੋਤੀ ਰਾਮ ਮਹਿਰਾ ਦਾ ਜ਼ਿਕਰ ਆਇਆ, ਤੇ ਜਿਸ ਵੇਲੇ ਸੰਸਕਾਰ ਹੁੰਦਾ ਤੇ ਟੋਡਰ ਮਲ ਜੀ ਦਾ ਜ਼ਿਕਰ ਆਇਆ। तो ਸਾਡੇ ਕੋਲ ਸਵਾਲ ਆਇਆ ਵੀ ਕੁਮਾ ਮਾਸ਼ਕੀ, ਟੋਡਰ ਮਲ ਜੀ ਤੇ ਮੋਤੀ ਰਾਮ ਮਹਿਰਾ ਜੀ, ਇਹਨਾਂ ਬਾਰੇ ਕੋਈ ਇਤਿਹਾਸਕ ਜਾਣਕਾਰੀ ਦਿਓ। मैं बेनती करांगा प्रिंसीपल सुंदर सिंह जी नूं भी संखेप विच सानूं इन्हां तिन्नां महापुरखां बारे जानना पाओ। प्रिंसीपल साहब। हाँ जी वीर जी, आवाज आ रही जी? हाँ जी बिल्कुल आ जी। वाहिगुरू जी का खालसा वाहिगुरू जी की फतेह। तिन्ने ही शख्सियतां बारे थोड़ा थोड़ा असीं सारे जाणदे हां। सब तो पहला भाई कुम्मा माशकी जी, जिन्हां बारे 3 पुस्तकां दा हवाला दे के ਸ਼ਨ ਭਾਈ ਕੁੰਮਾ ਮਾਸ਼ਕੀ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਬੰਧਕ ਜਿਨ੍ਹਾਂ ਨੇ ਖੋਜ ਕੀਤੀ ਔਰ ਇੱਕ ਕਿਤਾਬ ਵੀ ਲਿਖੀ ਹੈ ਪੋਹ ਮਹੀਨੇ ਦੀਆਂ 7 ਰਾਤਾਂ। ਉਹਦੇ ਵਿੱਚ ਉਹ 3 ਵਿਦਵਾਨਾਂ ਦੇ ਜੋ ਪੁਰਾਤਨ ਸਮੇਂ ਹੋਏ ਹਵਾਲਾ ਦੇ ਕੇ ਲਿਖਦੇ ਹਨ। ਉਹ ਕਿਤਾਬਾਂ ਦਾ ਨਾਮ ਮੈਂ ਪਹਿਲਾਂ ਦੱਸ ਦੇਵਾਂ ਕਿ ਕਥਾ ਗੁਰੂ ਜੀ ਕੇ ਸੁਤਨ ਕੀ, ਕ੍ਰਿਤ ਭਾਈ ਦੁੰਨਾ ਸਿੰਘ ਜੀ ਹੰਡੂਰੀਆ, ਇਹ 1790 ਸੰਮਤ ਲਿਖਿਆ ਹੈ। ਉਹਦੇ ਵਿੱਚ ਗੁਰੂ ਕੀਆਂ ਸਾਖੀਆਂ ਕ੍ਰਿਤ ਭਾਈ ਸਰੂਪ ਸਿੰਘ ਜੀ ਕੋਸ਼ਿਸ਼ 1764 ਈਸਵੀ ਲਿਖਿਆ, ਤੇ ਸ਼ਹੀਦਨਾਮਾ ਕਵੀ ਭਾਈ ਕਿਸ਼ਨ ਸਿੰਘ ਜੀ ਸੰਮਤ 1812। ਇਹ 3 ਪੁਸਤਕਾਂ ਦੇ ਆਧਾਰ ਤੇ ਉਹਨਾਂ ਨੇ ਲਿਖਿਆ ਹੈ। 6 ਤੇ 7 ਪੋਹ ਦੀ ਰਾਤ, ਪਹਿਲੀ ਰਾਤ ਸੀ ਜੋ ਮਾਤਾ ਗੁਜਰੀ ਜੀ ਨੇ ਕੰਮੋ ਮਾਸ਼ਕੀ ਜੋ ਕਿਸ਼ਤੀ ਚਲਾਉਂਦਾ ਸੀ ਉਸ ਦੀ ਝੁੰਗੀ ਵਿੱਚ ਬਤੀਤ ਕੀਤੀ ਹੈ ਬੱਚਿਆਂ ਸਮੇਤ। ਤੇ ਉਸ ਵਕਤ ਉਹਦਾ ਨਾਮ ਪਹਿਲਾਂ ਉਹਨਾਂ ਨੇ ਕਰਮਾ ਜਾਂ ਕਰਮਚੰਦ ਲਿਖ ਕੇ ਬਾਅਦ 'ਚ ਦੱਸਿਆ ਕਿ ਧਰਮ ਤਬਦੀਲ ਜਿਹੜਾ ਹੈ ਉਹ ਮੁਗਲਾਂ ਦੇ ਜ਼ੁਲਮ ਕਰਕੇ ਉਹਨੇ ਕੀਤਾ ਸੀ, ਕਰੀਮ ਬਖਸ਼, ਤੇ ਛੋਟਾ ਨਾਮ ਕੰਮੋ ਜਾਂ ਕੀਮਾ ਆਦਿਕ ਨਾਮ ਜਿਹੜੇ ਹੈ ਉਹ ਦਿੱਤੇ ਗਏ ਨੇ। ਤੇ ਉਹ ਹਵਾਲਾ ਮੈਂ ਆਪ ਜੀ ਨੂੰ ਦੱਸ ਦੇਵਾਂ, ਇਹ ਉਹ ਥਾਂ ਹੈ ਜਿੱਥੇ ਬੇੜੀ ਚਲਾਉਣ ਵਾਲਾ ਮਲਾਹ ਬਾਬਾ ਕੁੰਮਾ ਸਤਲੁਜ ਦਰਿਆ ਦੇ ਪੱਤਨ ਕਿਨਾਰੇ ਕੱਖਾਂ ਕਾਨਿਆਂ ਦੀ ਬਣੀ ਹੋਈ ਝੌਂਪੜੀ 'ਚ ਆਪਣਾ ਨਿਵਾਸ ਰੱਖਦਾ ਸੀ। ਸਮੇਂ ਦੇ ਥਪੇੜਿਆਂ ਨੇ ਇਸ ਨੂੰ ਕੀਮਾ, ਕੁੰਮਾ ਮਾਸ਼ਕੀ ਜਾਂ ਕਰੀਮ ਬਖਸ਼ ਬਣਾ ਦਿੱਤਾ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਪੰਜਾਬ ਵਿੱਚ ਦੁਸ਼ਟਾਂ ਨੂੰ ਸੋਧਦਾ ਹੋਇਆ ਰੋਪੜ ਦੇ ਇਲਾਕੇ 'ਚ ਆਇਆ ਤਾਂ ਉਸ ਨੂੰ ਗਰੀਬ ਮਲਾਹ ਦੀ ਸੇਵਾ ਬਾਰੇ ਪਤਾ ਲੱਗਾ। ਅੰਤ ਔਖੇ ਕਠਨ ਤੇ ਬਿਪਤਾ ਸਮੇਂ ਦਾਦੀ ਮਾਂ ਤੇ ਮਾਸੂਮਾਂ ਦੀ ਜ਼ਿੰਦਗੀ ਨੂੰ ਆਪਣੀ ਝੌਂਪੜੀ ਵਿੱਚ ਵਿਸ਼ਰਾਮ ਕਰਾ ਕੇ ਇਹਨੇ ਵੱਡੀ ਘਾਲਨਾ ਘਾਲੀ ਸੀ। ਇਹਦੀ ਸੇਵਾ ਘਾਲਨਾ ਤੋਂ ਪ੍ਰਸੰਨ ਹੋ ਕੇ ਬੰਦਾ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ ਬੁਲਾ ਇਹਦਾ ਬਹੁਤ ਆਦਰ ਸਤਿਕਾਰ ਦੇ ਕੇ ਨਿਵਾਜਿਆ। ਧਨ ਪਦਾਰਥ ਵਸਤਰ ਤੇ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਦੇ ਇਸ ਦਾ ਸਨਮਾਨ ਵੀ ਕੀਤਾ। ਜੋ ਅੰਮ੍ਰਿਤ ਛਕ ਕੇ ਇਸ ਨੂੰ ਕਰਮ ਸਿੰਘ ਦਾ ਨਾਮ ਰੱਖ ਦਿੱਤਾ ਗਿਆ। ਇਸ ਬਾਰੇ ਕਵੀ ਭਾਈ ਕਿਸ਼ਨ ਸਿੰਘ ਜੀ ਇਹਨਾਂ 17 ਲਿਖਦੇ ਨੇ। ਕਵੀ ਭਾਈ ਕਿਸ਼ਨ ਸਿੰਘ ਸੰਮਤ 1812 ਵਿੱਚ ਇੱਕ ਕਿਤਾਬ ਦਾ ਹਵਾਲਾ ਲਿਖਿਆ ਹੈ ਉਹਨਾਂ ਨੇ ਕਿ ਬੰਦੇ ਸੁਣੀ ਕਰਮੂ ਕੀ ਗਾਥਾ, ਤਿਨੇ ਕਮਾਈ ਸੇਵ ਅਕਾਥਾ, ਆਪਣੇ ਨਿਕਟ ਤੇ ਲਿਓ ਬੁਲਾਏ, ਆਦਰ ਦੀਨੋ ਬਹੁਤ ਅਧਿਕਾਏ, ਛਤ ਮੋਹਰੇ ਅਰ ਵਸਤਰ ਪਾਰਾ। ਛਤ ਦਾ ਮਤਲਬ ਪ੍ਰਤੀਸ਼ਤ, ਛਤ ਦਾ ਮਤਲਬ ਸੈਂਕੜੇ, ਮੋਹਰਾਂ ਦਿੱਤੀਆਂ, ਵਸਤਰ ਦਿੱਤੇ, ਬੰਦੇ ਭੇਟੇ, ਬਹੁ ਕਰ ਸਤਕਾਰਾ। ਬਾਬਾ ਬੰਦਾ ਸਿੰਘ ਜੀ ਨੇ ਸਤਕਾਰ ਦਿੱਤਾ। ਕਰਮੂ ਚੀਵਰ ਭਇਆ ਪ੍ਰਸੰਨ, ਮੁਖੋਂ ਲਾਵੇ ਸਤਿਗੁਰ ਧੰਨ ਧੰਨ, ਤਿਨੇ ਪੁਨੇ ਸਿੰਘ ਸਾਜਨ ਕੀਨਾ, ਕਰਮਾਂ ਤੇ ਭਿਓ ਕਰਮ ਸਿੰਘ ਪ੍ਰਵੀਨਾ। ਇਹ ਹਵਾਲਾ
ਪੁਰਾਤਨ ਪੁਸਤਕਾਂ ਵਿੱਚੋਂ ਲੱਭ ਕੇ ਸਰਦਾਰ ਸੁਰਿੰਦਰ ਸਿੰਘ ਜੀ ਜ਼ਹੂਰਾ ਜੋ ਇਸ ਸਥਾਨ ਦੀ ਸੇਵਾ ਕਰਵਾ ਰਹੇ ਹਨ, ਉਹਨਾਂ ਨੇ ਬੜੀ ਖੋਜ ਭਰਪੂਰ ਕਿਤਾਬ ਇਹ ਲਿਖੀ ਹੈ। ਔਰ ਦੂਜੇ ਨੰਬਰ ਤੇ ਜਦੋਂ ਅਸੀਂ ਦੀਵਾਨ ਟੋਡਰਮਲ ਜੀ ਦਾ ਪੜ੍ਹਦੇ ਹਾਂ ਤਾਂ ਦੀਵਾਨ ਟੋਡਰਮਲ ਜੀ ਬਾਰੇ ਕਿਤਾਬ ਜਿਹੜੀ ਹੈ ਸਿੱਖ ਇਤਿਹਾਸ ਦੇ ਅਣਗੋਲੇ ਪੱਤਰੇ, ਇੱਕ ਨਵੀਂ ਖੋਜ, ਤੇ ਸਰਦਾਰ ਰਘਵੀਰ ਸਿੰਘ ਜੀ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਨੇ, ਤੇ ਇਸ ਕਿਤਾਬ ਦਾ ਮੁੱਖਬੰਦ ਵੀ ਉਹਨਾਂ ਨੇ ਮੇਰੇ ਕੋਲੋਂ ਲਿਖਾਇਆ ਸੀ। ਉਹ ਆਪਣੀ ਕਿਤਾਬ ਦੇ 295, 96 ਤੇ 97 ਪੰਨੇ ਤੇ ਜ਼ਿਕਰ ਕਰਦੇ ਨੇ ਕਿ ਦੋ ਟੋਡਰਮਲ ਹੋਏ ਹਨ ਸਿੱਖ ਇਤਿਹਾਸ ਦੇ ਵਿੱਚ ਜਾਂ ਉਸ ਵੇਲੇ ਦੇ ਇਤਿਹਾਸ ਦੇ ਵਿੱਚ। ਤੇ ਇਹ ਟੋਡਰਮਲ ਪਹਿਲਾ ਜਿਹੜਾ ਹੈ 1523 ਵਿੱਚ ਲਾਹੌਰ ਦੇ ਚੂਣੀਆਂ ਪਿੰਡ ਵਿੱਚ ਇੱਕ ਗਰੀਬ ਖੱਤਰੀ ਦੇ ਘਰ ਪੈਦਾ ਹੋਇਆ ਜੋ ਅਕਬਰ ਬਾਦਸ਼ਾਹ ਦਾ ਦੀਵਾਨ ਬਣਿਆ। ਉਸਨੇ ਰੈਵਨਿਊ ਨਿਯਮ ਬਣਾਏ ਅਤੇ ਆਪਣੀ ਲਿਆਕਤ ਦੇ ਜ਼ੋਰ ਨਾਲ ਲਾਹੌਰ ਦਾ ਹਾਕਮ ਬਣਿਆ। ਉਹ ਟੋਡਰਮਲ ਅਕਬਰ ਦਰਬਾਰ ਦੇ 9 ਰਤਨਾਂ ਵਿੱਚੋਂ ਇੱਕ ਸੀ। 1599 ਵਿੱਚ ਇਸ ਦਾ ਦੇਹਾਂਤ ਹੋਇਆ ਹੈ। ਤੇ ਦੂਜਾ ਟੋਡਰਮਲ ਜੋ ਹੈ ਸਰਹੰਦ ਦਾ ਵਸਨੀਕ ਸ਼ਾਹੂਕਾਰ ਸੀ, ਇਸ ਲਈ ਉਸ ਨੂੰ ਸੇਠ ਟੋਡਰਮਲ ਜੀ ਵੀ ਕਹਿੰਦੇ ਹਨ। ਉਹ ਵੀ ਅੱਤ ਦਰਜੇ ਦਾ ਪਾਰਖੂ ਪ੍ਰਬੰਧਕ ਸੀ। ਸਰਹੰਦ ਦੇ ਲੋਕ ਉਸ ਨੂੰ ਫੌਜਦਾਰ ਜਿੰਨਾ ਸਤਿਕਾਰ ਦਿੰਦੇ ਸਨ। ਹਰ ਗਰੀਬ ਗੁਰਬੇ ਜਾਂ ਮਜ਼ਲੂਮ ਦੀ ਸਹਾਇਤਾ ਕਰਨੀ ਆਪਣਾ ਧਰਮ ਸਮਝਦਾ ਸੀ। ਜਦੋਂ ਇਹ ਸਰਹੰਦ ਹਕੂਮਤ ਦਾ ਅਮੀਨ ਬਣਿਆ ਤਦ ਬਾਦਸ਼ਾਹ ਸ਼ਾਹਜਹਾਨ ਨੇ ਉਸਦੇ ਚੰਗੇ ਪ੍ਰਬੰਧ ਤੋਂ ਪ੍ਰਭਾਵਿਤ ਹੋਇਆ ਸੀ ਤੇ ਉਸਨੇ ਅਮੀਨ ਦੇ ਅਹੁਦੇ ਨਾਲ ਇਸ ਨੂੰ ਦੀਵਾਨੇ ਸਰਹੰਦ ਵੀ ਨਿਯੁਕਤ ਕਰ ਦਿੱਤਾ। ਅਗਲੇ ਸਾਲ ਜਦੋਂ ਸ਼ਾਹਜਹਾਨ ਮੁੜ ਸ਼ਿਕਾਰ ਖੇਡਣ ਸਰਹੰਦ ਆਇਆ ਤਾਂ ਉਸਨੇ ਟੋਡਰਮਲ ਨੂੰ ਅਮੀਨ, ਦੀਵਾਨ ਤੇ ਫੌਜਦਾਰ ਤਿੰਨਾਂ ਅਹੁਦਿਆਂ ਦਾ ਅਧਿਕਾਰ ਦਿੱਤੇ। ਚੌਥੇ ਸਾਲ ਸੰਨ 1634 ਵਿੱਚ ਜਦੋਂ ਸ਼ਾਹਜਹਾਨ ਮੁੜ ਦੌਰੇ ਤੇ ਆਇਆ ਤਾਂ ਉਹਨੇ ਸੇਠ ਟੋਡਰਮਲ ਨੂੰ 1000 ਜਵਾਨ, 1000 ਸਵਰਾਂ ਦਾ ਮਨਸਬ ਤੇ 2 ਘੋੜਿਆਂ ਵਾਲੀ ਬੱਘੀ ਪ੍ਰਦਾਨ ਕੀਤੀ। ਸੇਠ ਸਾਹਿਬ ਨੇ ਅਗਲੇ ਸਾਲ ਹੋਰ ਵੀ ਚੰਗੇ ਨਤੀਜੇ ਦਿੱਤੇ ਤੇ ਸਰਹੰਦ ਸ਼ਹਿਰ ਖੁਸ਼ਹਾਲ ਹੋ ਗਿਆ ਤੇ ਬਾਦਸ਼ਾਹ ਨੇ ਖੁਸ਼ ਹੋ ਕੇ 1635 ਈਸਵੀ ਦੇ ਦੌਰੇ ਸਮੇਂ ਸ਼ਾਹਜਹਾਨ ਨੇ ਇਸ ਨੂੰ 2500 ਸਵਾਰਾਂ ਦੀ ਮਨਸਬੀ ਤੇ 3 ਘੋੜਿਆਂ ਵਾਲੀ ਬੱਘੀ ਪ੍ਰਦਾਨ ਕੀਤੀ। 1658 ਈਸਵੀ ਜਦੋਂ ਔਰੰਗਜ਼ੇਬ ਤਖਤ ਤੇ ਬੈਠਾ ਉਸਨੇ ਵਜ਼ੀਰ ਖਾਨ ਨੂੰ ਫੌਜਦਾਰ ਨਿਯੁਕਤ ਕਰਕੇ ਤੇ ਇਹ ਸਾਰੀਆਂ ਸਹੂਲਤਾਂ ਪ੍ਰਦਾਨ ਕਰ ਦਿੱਤੀਆਂ ਤੇ ਟੋਡਰਮਲ ਨੂੰ ਪ੍ਰਵਾਨ ਕੀਤੀਆਂ ਹੋਈਆਂ ਸਨ। ਸੇਠ ਸਾਹਿਬ ਬੁੱਢੇ ਹੋ ਚੁੱਕੇ ਸਨ, ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ। ਸਰਹੰਦ ਹਕੂਮਤ ਦੀਆਂ ਰਿਹਾਇਸ਼ਗਾਹਾਂ ਵਿੱਚ ਸੇਠ ਸਾਹਿਬ ਦੀ ਰਿਹਾਇਸ਼ ਦਾ ਸਭ ਤੋਂ ਉੱਤਮ ਇਹ 3 ਮੰਜ਼ਲੀ ਆਲੀਸ਼ਾਨ ਹਵੇਲੀ ਸਮੁੰਦਰੀ ਜਹਾਜ਼ ਵਰਗੀ ਹੋਣ ਕਰਕੇ ਇਸ ਨੂੰ ਜਹਾਜ਼ੀ ਹਵੇਲੀ ਕਹਿੰਦੇ ਹਨ। ਇਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਸਾਹਮਣੇ 200 ਗਜ ਦੀ ਦੂਰੀ ਤੇ ਸਥਿਤ ਹੈ। ਇਸ ਦੇ ਖੰਡਰਾਂ ਨੂੰ ਦੇਖ ਕੇ ਅੱਜ ਵੀ ਇਹ ਕਿਹਾ ਜਾ ਸਕਦਾ ਹੈ ਕਿ ਉਸ ਵੇਲੇ ਬੇਸਮੈਂਟ ਦੇ ਵਿੱਚ ਵਿਛਾਈਆਂ ਹੋਈਆਂ ਪਾਈਪਾਂ ਤੇ 에ਅਰ ਕੰਡੀਸ਼ਨ ਆਮ ਪ੍ਰਬੰਧ ਕੀਤਾ ਗਿਆ ਸੀ। ਸੇਠ ਟੋਡਰਮਲ ਦੀ ਲੋਕਪ੍ਰਿਯਤਾ ਉਸ ਵੇਲੇ ਬਹੁਤ ਜ਼ਿਆਦਾ ਵਧੀ ਜਦੋਂ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਦੇ ਲਈ ਉਹਨੇ ਅਸ਼ਰਫੀਆਂ ਤੇ ਮੋਹਰਾਂ ਦੇ ਢੇਰ ਲਾ ਕੇ ਉਹ ਧਰਤੀ ਖਰੀਦ ਲਈ, ਜਿਹਦੇ ਬਾਰੇ ਆਮ ਸੰਗਤਾਂ ਜਾਣੂ ਹਨ। ਕਿਉਂਕਿ ਟਾਈਮ ਦੀ ਘਾਟ ਹੈ, ਇਸ ਲਈ ਇਹਨਾਂ ਬਾਰੇ ਟੋਡਰਮਲ ਜੀ ਬਾਰੇ ਇਹ ਜਿਹੜੀ ਜਾਣਕਾਰੀ ਮੈਂ ਇੱਥੇ ਹੀ ਬੰਦ ਕਰਦਾ ਹੋਇਆ। ਤੀਜੀ ਸ਼ਖਸੀਅਤ ਜੋ ਹੈ ਸਾਡੇ ਸਾਹਮਣੇ ਉਹ ਹੈ ਬਾਬਾ ਮੋਤੀ ਰਾਮ ਜੀ ਮਹਿਰਾ, ਜਿਨ੍ਹਾਂ ਬਾਰੇ ਅਜੇ ਮੈਂ ਇਹੀ ਸੰਖੇਪ ਇਹਨਾਂ ਪੁਸਤਕਾਂ ਦੇ ਵਿੱਚੋਂ ਹੀ ਪੜ੍ਹਿਆ ਹੈ ਕਿ ਪ੍ਰੋਫੈਸਰ ਹਬੀਬ ਜੀ ਨੇ ਜੋ ਲਿਖਿਆ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਜ਼ਰੂਰ ਪਰ ਖੋਜਿਆ ਨਹੀਂ ਜਾਂ ਸੰਭਾਲਿਆ ਨਹੀਂ। ਬਾਬਾ ਮੋਤੀ ਰਾਮ ਜੀ ਬਾਰੇ ਜੋ ਪਤਾ ਲੱਗਦਾ ਹੈ 8ਵੇਂ ਪਾਤਸ਼ਾਹ ਜੀ ਨੇ ਜਿਸ ਛੱਜੂ ਝਿਊਰ ਤੋਂ ਪੰਜੋਖੜਾ ਸਾਹਿਬ ਵਿਖੇ ਅਰਥ ਕਰਵਾਏ ਸੀ ਗੀਤਾ ਦੇ, ਉਹ ਛੱਜੂ ਝਿਊਰ ਨੂੰ ਬਾਅਦ ਚ ਪ੍ਰਚਾਰਕ ਬਣਾ ਕੇ ਭੇਜ ਦਿੱਤਾ ਗਿਆ ਹੈ ਜਗਨਨਾਥਪੁਰੀ ਬਤੌਰ ਪ੍ਰਚਾਰਕ। ਤੇ ਉਹਨਾਂ ਦੇ ਅੱਗੇ 2 ਪੁੱਤਰਾਂ ਦਾ ਜ਼ਿਕਰ ਜਿਹੜਾ ਹੈ ਉਹ ਆਉਂਦਾ ਹੈ। ਇੱਕ ਭਾਈ ਹਰਾ ਸਿੰਘ ਜੀ ਸ਼ਹੀਦ, ਇਹ ਵੱਡੇ ਨੇ, ਤੇ ਛੋਟੇ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ 5 ਪਿਆਰਿਆਂ ਵਿੱਚ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਇਹ 5 ਪਿਆਰਿਆਂ ਵਿੱਚ ਸ਼ਾਮਲ ਹੋਏ। ਇਸ ਹਿਸਾਬ ਦੇ ਨਾਲ ਇਹ ਭਾਈ ਹਰਾ ਸਿੰਘ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਗਲਾਂ ਦੀ ਅਸਲੀਅਤ ਦੱਸਣ ਲਈ ਸਿੱਖਾਂ ਨੂੰ ਅਨੰਦਪੁਰ ਸਾਹਿਬ ਖਾਲੀ ਕਰਨ ਤੋਂ ਪਹਿਲਾਂ ਉਹਨਾਂ ਦਾ ਇਮਤਿਹਾਨ ਲਿਆ ਕਿ ਕੀ ਕਰਨਗੇ, ਉਹ ਖੋਤਿਆਂ ਤੇ ਸ਼ਹਿਰ ਦਾ ਸਾਰਾ ਗੰਦਮੰਦ ਲੱਦ ਕੇ ਤੇ ਉੱਤੇ ਜਰੀ ਦੇ ਰੁਮਾਲੇ ਸੁੱਟ ਕੇ ਜਦੋਂ ਕਾਫਲਾ ਭੇਜਿਆ ਸੀ
ਇਸ ਕਾਫਲੇ ਦੇ ਅੱਗੇ ਅੱਗੇ ਭਾਈ ਸਾਹਿਬ ਭਾਈ ਹਰਾ ਸਿੰਘ ਦਾ ਜਥਾ ਸੀ ਤੇ ਇਸੇ ਲੜਾਈ ਦੇ ਵਿੱਚ ਭਾਈ ਹਰਾ ਸਿੰਘ ਜੀ ਸ਼ਹੀਦ ਹੋਏ ਤੇ ਉਹ ਭਾਈ ਹਰਾ ਸਿੰਘ ਜੀ ਦੇ ਸੁਪੁੱਤਰ ਸਨ ਤੇ ਭਾਈ ਹਿੰਮਤ ਸਿੰਘ ਜੀ ਦੇ 5 ਪਿਆਰੇ ਦੇ ਭਤੀਜੇ ਲੱਗਦੇ ਸੀ। ਇਹ ਭਾਈ ਮੋਤੀ ਰਾਮ ਜੀ ਮਹਿਰਾ, ਇਹਨਾਂ ਦੀ ਮਾਤਾ ਦਾ ਨਾਮ ਲੱਦੋ, ਪਤਨੀ ਭੋਲੀ ਜੀ, ਪੁੱਤਰ ਨਾਰਾਇਣ ਤੇ ਰਿਹਾਇਸ਼ ਇਹਨਾਂ ਦਾ ਮੁਹੱਲਾ ਮਾਨਸਰੀਬ ਟਿੱਬਾ ਸਰਹੰਦ ਦੇ ਵਿੱਚ। ਮੇਰੇ ਤੋਂ ਇਹ ਨਹੀਂ ਪਤਾ ਕਰ ਸਕਿਆ ਮੈਂ ਕਿ ਮਹੱਲਾ ਹੁਣ ਵੀ ਇਹਦਾ ਇਹੀ ਨਾਂ ਹੈ ਕਿ ਬਦਲ ਚੁੱਕਿਆ ਹੈ। ਸੋ ਇਹ ਜਾਣਕਾਰੀ ਜਿਹੜੀ ਹੈ ਸਾਨੂੰ ਇਹ ਮਿਲਦੀ ਹੈ ਇਹਨਾਂ ਪੁਸਤਕਾਂ ਦੇ ਵਿੱਚੋਂ। ਬਾਕੀ ਮੋਤੀ ਰਾਮ ਡਿਊਟੀ ਕਰਦਾ ਸੀ ਸਰਕਾਰੀ ਸੂਬਾ ਸਰਹੰਦ ਦੇ ਕੋਲ, ਜੋ ਹਿੰਦੂ ਰਾਜੇ ਮਹਾਰਾਜੇ ਉਹਨਾਂ ਕੋਲ ਆਉਂਦੇ ਸਨ ਜਾਂ ਕੈਦੀ ਸ਼ਾਹੀਦਾਂ ਦੇ ਆਉਂਦੇ ਸਨ, ਉਹਨਾਂ ਦਾ ਲੰਗਰ ਤਿਆਰ ਕਰਨ ਦੇ ਲਈ। ਤੇ ਉਸ ਰਾਤ ਦੁੱਧ ਦਾ ਗੜਬਾ ਆਪਣੇ ਘਰ ਤੋਂ ਇਹ ਗਰਮ ਕਰਕੇ ਲੈ ਗਿਆ। ਇਹਦਾ ਹਵਾਲਾ ਸੰਤ ਨਾਰਾਇਣ ਪ੍ਰੇਮ ਸਿੰਘ ਜੀ ਆਪਣੀ ਪੁਸਤਕ ਵਿੱਚ ਦਿੰਦੇ ਆ ਕਿ ਪਿੱਖ ਕੇ ਪ੍ਰੇਮ ਸੋ ਮੋਤੀ ਕੇਰਾ, ਮਾਤਾ ਕਹੇ ਭਲਾ ਹੋਵੇ ਤੇਰਾ। ਸੋ ਮੁਕਤਸਰ ਦੀ ਲੜਾਈ ਤੋਂ ਬਾਅਦ ਜਦੋਂ ਇਹ ਸਾਰਾ ਭਾਣਾ ਵਾਪਰ ਗਿਆ, ਮੁਕਤਸਰ ਦੀ ਲੜਾਈ ਵਿੱਚ ਹਾਰ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਜਦੋਂ ਸੂਬਾ ਸਰਹੰਦ ਵਾਪਸ ਆਇਆ ਇਸ ਸਰਹੰਦ ਦੇ ਵਿੱਚ, ਤੇ ਉਸ ਵੇਲੇ ਗੰਗੂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਕਿਉਂਕਿ ਜੋ ਮਾਤਾ ਜੀ ਦੀ ਮਾਇਆ ਉਹਨੇ ਚੋਰੀ ਕੀਤੀ ਸੀ ਉਹ ਤਾਂ ਪੁੱਛੀ ਜਾ ਰਹੀ ਸੀ ਵੀ ਉਹ ਥੈਲੀ ਕਿੱਥੇ ਹੈ, ਪਰ ਜਿੱਥੇ ਉਹਨੇ ਦਵਾਈ ਸੀ ਉੱਥੋਂ ਕੋਈ ਹੋਰ ਇਹ ਕੱਢ ਕੇ ਲੈ ਗਿਆ ਜੋ ਧਰਤੀ ਦੇ ਵਿੱਚ ਦੱਬੀ ਸੀ। ਉਹਦੇ ਕਰਕੇ ਗੰਗੂ ਦੀ ਛਿੱਤਰ ਪਰੇਡ ਵੀ ਹੋ ਰਹੀ ਸੀ ਤੇ ਉਹਨੂੰ ਛਡਾਉਣ ਵਾਸਤੇ ਜਾਂ ਉਹਦੀ ਮਦਦ ਵਾਸਤੇ ਗੰਗੂ ਦਾ ਰਿਸ਼ਤੇਦਾਰ ਮੰਗਾ ਰਾਮ ਉਹਦਾ ਨਾਂ ਸੀ, ਉਹ ਆਇਆ ਸੀ ਤੇ ਉਹਨੇ ਸੁੱਚਾਨੰਦ ਨੂੰ ਜਿਹੜੀ ਸੀ ਭਾਈ ਮੋਤੀ ਰਾਮ ਜੀ ਮਹਿਰਾ ਦੀ ਸਾਰੀ ਕੁਰਬਾਨੀ ਉਹਨੇ ਦੱਸ ਦਿੱਤੀ, ਜਿਹਦੇ ਕਰਕੇ ਮੋਤੀ ਰਾਮ ਜੀ ਦੀ ਸ਼ਿਕਾਇਤ ਸੁੱਚਾਨੰਦ ਰਾਹੀਂ ਸੂਬਾ ਸਰਹੰਦ ਦੇ ਕੋਲ ਪਹੁੰਚੀ ਤੇ ਆਪ ਕੁੱਟ ਖਾ ਕੇ ਮੁਕਤਸਰ ਦੀ ਜੰਗ ਤੋਂ ਆਇਆ ਸੀ, ਸੜੇ ਭੁੱਜੇ ਨੇ ਇਹ ਹੁਕਮ ਕਰ ਦਿੱਤਾ ਕਿ ਮੋਤੀ ਰਾਮ ਦੇ ਸਾਰੇ ਪਰਿਵਾਰ ਨੂੰ ਪਕੜ ਕੇ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਵੇ। ਸੋ ਉਹ ਸ਼ਹੀਦ ਬਾਰੇ ਸਰਦਾਰ ਹਰਜਿੰਦਰ ਸਿੰਘ ਜੀ ਦਲਵੀਰ ਲਿਖਦੇ ਆ, ਹੁਣ ਵੀ ਉਹਨਾਂ ਨੇ WhatsApp ਤੇ ਪਾਇਆ ਹੋਇਆ ਸੀ ਆਪਣਾ ਵਿਚਾਰ ਕਿ ਇਹਦੇ ਬਾਰੇ ਲਿਖਤੀ ਹੋਂਦ ਕੋਈ ਨਹੀਂ ਮਿਲਦੀ ਕਿਸੇ ਪਾਸੇ ਤੇ, ਪਰ ਉਹਨਾਂ ਨੇ ਕਿੱਥੋਂ ਲਈ ਇਹਦਾ ਹਵਾਲਾ ਨਹੀਂ ਦਿੱਤਾ। ਜਿਹੜੀਆਂ ਕਿਤਾਬਾਂ ਮੇਰੇ ਕੋਲ 3 ਹੀ ਕਿਤਾਬਾਂ ਇਹ ਪਈਆਂ ਹੋਈਆਂ ਨੇ, ਪਰ ਜਿਵੇਂ ਦਲਗੀਰ ਜੀ ਨੇ ਲਿਖਿਆ ਹੈ, ਮੈਂ ਇਹ ਬੇਨਤੀ ਕਰਦਾ ਵੀ ਕਈ ਵਾਰ ਐਸਾ ਹੁੰਦਾ ਵੀ ਗਰੀਬ ਬੰਦੇ ਦਾ ਇਤਿਹਾਸ ਸੰਭਾਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਕਈ ਵਾਰ ਲੋਕਾਂ ਵਿੱਚ, ਸਥਾਨਕ ਲੋਕਾਂ ਵਿੱਚ ਹੁੰਦਾ ਹੈ ਤੇ ਲਿਖਤ ਵਿੱਚ ਆਉਂਦਾ ਹੀ ਨਹੀਂ। ਜਿਵੇਂ ਹੁਣ ਭਾਈ ਜੈ ਸਿੰਘ ਖਲਕੱਟ ਪਟਿਆਲੇ ਦੇ ਵਿੱਚ ਉਹਨਾਂ ਦੀ ਯਾਦਗਾਰ ਮਿਲੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਵੀ ਬਾਅਦ ਵਿੱਚ ਦੇ ਕੋਈ ਸੂਬਾ ਸਰਹੰਦ ਨੇ ਹੁੱਕਾ ਚੁੱਕਣ ਲਈ, ਸਮਾਨ ਛੱਡਣ ਲਈ ਬਗਾਰ ਦਿੱਤੀ ਸੀ। ਛੋਟੀਆਂ ਜਾਤਾਂ ਜੋ ਗਰੀਬ ਹੋਣ ਕਰਕੇ ਬਗਾਰਾਂ ਦਿੰਦੇ ਸਨ, ਪਰ ਜਦੋਂ ਭਾਈ ਸਾਹਿਬ ਨੇ ਕਿਹਾ ਪਹਿਲਾਂ ਮੈਨੂੰ ਦੱਸੋ ਇਹਦੇ 'ਚ ਕੀ ਹੈ, ਤੇ ਉਹਨਾਂ ਨੇ ਦੱਸਿਆ ਵੀ ਇਹਦੇ 'ਚ ਕੁਝ ਤੰਬਾਕੂ, ਹੁੱਕਾ ਤੇ ਹੋਰ ਸਮਾਨ ਹੈ ਨਵਾਬ ਸਾਹਿਬ ਦਾ, ਤੇ ਛੇਤੀ ਲੈ ਕੇ ਤੂੰ ਸਰਹੰਦ ਪਹੁੰਚ ਜਾ। ਉਹਨਾਂ ਨੇ ਨਾ ਦੇ ਦਿੱਤੀ ਤੇ ਇਸੇ ਕਰਕੇ ਸੜਕੇ ਉਹ ਭਾਈ ਜੈ ਸਿੰਘ ਨੂੰ ਪੁੱਠਾ ਟੰਗ ਕੇ ਖੱਲ ਲਾਈ ਗਈ ਸੀ, ਜਿੱਥੋਂ ਅਰਦਾਸ ਦੇ ਵਿੱਚ ਪੁੱਠੀਆਂ ਖੱਲਾਂ ਲਵਾਈਆਂ ਦਾ ਜ਼ਿਕਰ ਵੀ ਪੁਰਾਤਨ ਅਰਦਾਸਾਂ ਵਿੱਚ ਆਉਂਦਾ ਹੈ। ਪੰਥ ਪ੍ਰਮਾਣ ਤਹਿਤ ਮਰਜ਼ਾਦਾ ਵਿੱਚ ਸ਼ਬਦਾਵਲੀ ਕੁਝ ਘਟਾਈ ਗਈ ਹੈ। ਤੇ ਜਿਵੇਂ ਜੈ ਸਿੰਘ ਜੀ ਖਲਕੱਟ ਦੀ ਯਾਦਗਾਰ ਹੁਣ ਮਿਲੀ, ਕਈ ਸਾਡੇ ਇਲਾਕੇ ਦੇ ਵਿੱਚ ਐਸੀਆਂ ਯਾਦਗਾਰਾਂ ਹੈ ਉਹ ਲਿਖਤ ਵਿੱਚ ਆਉਂਦੀਆਂ ਹੀ ਨਹੀਂ। ਬਾਬਾ ਗੁਰਬਖਸ਼ ਸਿੰਘ ਜੀ ਗੁਰਦੁਆਰਾ ਸੀਸਗੰਜ ਸਾਹਿਬ ਜਿਹਨਾਂ ਨੂੰ ਸੇਵਾ ਲਾਈ ਸੀ, ਉਹ ਬਾਅਦ 'ਚ ਨੇੜੇ 7-8 ਕਿਲੋਮੀਟਰ ਤੇ ਕੋਟਲਾ ਪਾਵਰ ਹਾਊਸ ਦੇ ਲਾਗੇ ਪਿੰਡ ਰਾਏ ਪ੍ਰਸਾਨੀ ਹੈ, ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਤੇ ਡੈਥ ਹੋਈ ਸੀ ਉਹਨਾਂ ਦੀ। ਉੱਥੇ ਗੁਰਦੁਆਰਾ ਬਣਿਆ ਹੋਇਆ, ਪਰ ਲਿਖਤਾਂ ਵਿੱਚ ਇਹ ਮਿਲਦਾ ਨਹੀਂ। ਜਦੋਂ ਐਤਕੀ ਦੇ ਅਸੀਂ ਕੋਈ ਪ੍ਰੋਗਰਾਮ ਵਿੱਚ ਦੱਸਿਆ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਆਪ ਹੈਰਾਨ ਹੋ ਗਏ, ਕਹਿੰਦੇ ਮੈਨੂੰ 2-3 ਸਾਲ ਹੋ ਗਏ ਤੇ ਮੈਨੂੰ ਤਾਂ ਕਿਸੇ ਨੇ ਦੱਸਿਆ ਨਹੀਂ। ਉਹ ਅਸੀਂ ਕੋਈ ਪ੍ਰੋਗਰਾਮ ਵਿੱਚ ਪੇਸ਼ ਕੀਤਾ ਸੀ। ਸੋ ਦਲਗੀਰ ਜੀ ਜਿਹੜੇ ਆ ਉਹ ਸੱਚੇ ਹੋਣੇ ਆ ਕਿ ਨਹੀਂ ਲਿਖਤੀ ਆਇਆ, ਪਰ ਐਸੇ ਮਹਾਨ ਸ਼ਹੀਦ ਨੂੰ ਭੁਲਾਇਆ ਨਹੀਂ ਜਾ ਸਕਦਾ, ਔਰ ਸਥਾਨਕ ਲੋਕਾਂ ਦੇ ਕੋਲੋਂ ਖੋਜ ਕਰਕੇ ਇਹਦੀ ਹੋਰ ਖੋਜ ਕਰਨ ਦੀ ਲੋੜ ਹੈ। ਇੱਕਦਮ ਰਿਜੈਕਟ ਕਰਦੀ ਹੈ ਟੱਬਰ ਸਮੇਤ, ਸਾਰਾ ਟੱਬਰ 5 ਜੀ ਉਹਨਾਂ ਦੇ ਕੋਹਲੂ ਵਿੱਚ ਪੀੜਨ ਦਾ ਜ਼ਿਕਰ ਮਿਲਦਾ ਹੈ। ਸੋ ਇੰਨੀ ਕੁ ਜਾਣਕਾਰੀ ਜਿਹੜੀ ਮੈਨੂੰ ਪ੍ਰਾਪਤ ਹੋਈ ਸੀ ਆਪ ਜੀ ਦੀ ਸੇਵਾ ਵਿੱਚ ਰੱਖੀ ਹੈ। ਭੁੱਲ ਗਲਤੀ ਲੇਖੇ ਵਾ ਕਿਸੇ ਨੂੰ ਹੋਰ ਜ਼ਿਆਦਾ ਮਿਲੇ ਤੇ ਮੈਂ ਧੰਨਵਾਦੀ ਹੋਵਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਜੀ, ਬੜੀ ਖੋਜ ਨਾਲ ਤੁਸੀਂ ਸਾਨੂੰ ਇਹ ਦੱਸਿਆ। ਔਰ ਜਿਵੇਂ ਭਾਈ ਜੈ ਸਿੰਘ ਜੀ ਕਾਲਕਟ ਬਾਰੇ ਆਪ ਦੱਸਿਆ ਕਿ ਮੇਰੇ ਲਈ ਤੇ ਘੱਟੋ ਘੱਟ ਨਵੀਂ ਸੂਚਨਾ, ਤਾਂ ਇੱਕ ਦਾ ਰੈਫਰੈਂਸ ਕਿਤੇ ਦਿਮਾਗ 'ਚ ਆ ਰਿਹਾ, ਪਰ ਜਿਸ ਤਰ੍ਹਾਂ ਤੁਸੀਂ ਹੁਣ ਦੱਸਿਆ ਤਾਂ ਉਹ ਹੁਣ ਦੁਬਾਰਾ ਤਾਜ਼ਾ ਹੋਈ ਹੈ।
ਤੋ ਸਾਧ ਸੰਗਤ ਜੀ ਲੋੜ ਹੈ ਕਿ ਦੇਖੋ ਇਹ ਮਹਾਂਪੁਰਖ ਜਿਨ੍ਹਾਂ ਨੇ ਆਪਣੀਆਂ ਜਾਨਾਂ ਤੇ ਖੇਡ ਗਏ ਔਰ ਇੰਨਾ ਰਿਸਕ ਲੈ ਕੇ ਉਹਨਾਂ ਗੁਰੂ ਸਾਹਿਬਾਨ ਜਾਂ ਸਿੱਖ ਕੌਮ ਦੀ ਸੇਵਾ ਕੀਤੀ, ਜੇ ਅਸੀਂ ਉਹਨਾਂ ਨੂੰ ਯਾਦ ਨਾ ਰੱਖਾਂਗੇ ਇਹ ਸਾਡੀ ਬੜੀ ਵੱਡੀ ਅਕਿਰਤ ਘਣਤਾ ਹੋਏਗੀ। ਸਾਨੂੰ ਲੋੜ ਹੈ ਕਿ ਇਹ ਜਿਹੜਾ ਇਤਿਹਾਸ ਹੈ ਯਾਦ ਰੱਖੀਏ, ਕਿਉਂਕਿ ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਨੂੰ ਯਾਦ ਰੱਖੀਏ। ਔਰ ਦੂਜੀ ਗੱਲ ਇਹ ਹੈ ਕਿ ਇਹਨਾਂ ਤੋਂ ਸਾਨੂੰ ਜਿਹੜੀ ਮੋਟੀਵੇਸ਼ਨ ਮਿਲਣੀ ਹੈ ਉਹਦੇ ਨਾਲ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਉਹ ਜ਼ਰੂਰ ਉਜਲਾ ਹੋਏਗਾ। ਔਰ ਜੇ ਸਾਨੂੰ ਨਹੀਂ ਪਤਾ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਕਿਵੇਂ ਦੱਸਾਂਗੇ। ਤਾਂ ਲੋੜ ਹੈ ਐਸੀਆਂ ਸਾਰੀਆਂ ਚੀਜ਼ਾਂ ਦੀ ਖੋਜ ਕਰਕੇ ਪਹੁੰਚਾਈਏ ਤੇ ਪਤਾ ਲੱਗੇ ਕਿ ਸਾਡਾ ਵਿਰਸਾ ਕਿੰਨਾ ਕੁ ਅਮੀਰ ਹੈ। ਤੇ ਮੈਂ ਸਮਝਦਾ ਵੀ ਜਿਹੜੇ ਪਤਿਤ ਪੁਣੇ ਦਾ ਹਨੇਰੀ ਝੁੱਲੀ ਹੈ ਉਹ ਸ਼ਾਇਦ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਆਪਣੇ ਇਤਿਹਾਸ ਤੋਂ ਅਸੀਂ ਜਾਣੂ ਨਹੀਂ। ਜਿਸ ਵੇਲੇ ਪਤਾ ਲੱਗੇਗਾ ਕਿ ਇੱਕ ਇਹ ਸੇਵਾ ਕਰਕੇ ਪੰਜ ਮੋਤੀ ਰਾਮ ਮਹਿਰਾ ਜੀ ਦੇ 5 ਜੀਆਂ ਨੂੰ ਕੋਲੂ ਚ ਪੀੜਿਆ ਗਿਆ, ਸਿਰਫ ਇੰਨਾ ਉਹਨਾਂ ਦਾ ਕਸੂਰ ਸੀ, ਹਾਲਾਂਕਿ ਕਸੂਰ ਨਹੀਂ ਸੇਵਾ ਸੀ, ਪਰ ਉਹਨਾਂ ਦੀਆਂ ਨਜ਼ਰਾਂ 'ਚ ਕਸੂਰ ਸੀ ਕਿ ਉਹਨਾਂ ਨੇ ਦੁੱਧ ਦਾ ਗੜਵਾ ਕਿਉਂ ਪਹੁੰਚਾਇਆ। ਔਰ ਜੇਕਰ ਆਪਾਂ ਦੇਖੀਏ ਵੀ ਅਸੀਂ ਕਿੰਨੇ ਕੁ ਵੇਸਲੇ ਹਾਂ ਤਾਂ ਇੱਕ ਸਿੱਧੀ ਮਿਸਾਲ ਹੈ ਕਿ ਉਹ ਭਾਈ ਟੋਡਰਮਲ ਜੀ ਜਿਨ੍ਹਾਂ ਨੇ ਉਸ ਵੇਲੇ ਅਸ਼ਰਫੀਆਂ ਰੱਖ ਕੇ ਤੇ ਉਹ 4 ਗਜ਼ ਜ਼ਮੀਨ ਲਈ ਸੰਸਕਾਰ ਲਈ, ਅੱਜ ਉਹਨਾਂ ਦੀ ਹਵੇਲੀ ਜਿਹੜੀ ਖੰਡਰ ਬਣੀ ਪਈ, ਜਦ ਕਿ ਉਹਨੂੰ ਬਹੁਤ ਜ਼ਿਆਦਾ ਸਤਿਕਾਰ ਦੇਣਾ ਚਾਹੀਦਾ ਸੀ, ਸਾਂਭ ਕੇ ਰੱਖਣਾ ਚਾਹੀਦੀ ਸੀ, ਉਹ ਸਾਡੀ ਹਿਸਟੋਰਿਕ ਨਿਸ਼ਾਨੀ। ਪਰ ਇਹ ਸਾਡੀ ਕਿਰਤਕਣਤ ਹੈ ਕਿ ਜੇ ਉਹਨਾਂ ਦੀ ਹਵੇਲੀ ਅੱਜ ਖੰਡਰ ਹੋਈ ਪਈ ਹੈ, ਪਿਛਲੇ ਕੁਝ ਸਾਲਾਂ ਤੋਂ ਆਵਾਜ਼ਾਂ ਤੇ ਉੱਠ ਰਹੀਆਂ ਨੇ, ਪਰ ਮੈਨੂੰ ਨਹੀਂ ਪਤਾ ਇਸ ਬਾਰੇ ਕੋਈ ਨਿੱਗਰ ਕੰਮ ਵੀ ਹੋ ਰਿਹਾ ਕਿ ਨਹੀਂ, ਜਦ ਕਿ ਫੌਰਨ ਤੋਂ ਪੇਸ਼ਤੇ ਦੇ ਕੰਮ ਜਿਹੜੇ ਨੇ ਹੋਣੇ ਚਾਹੀਦੇ ਨੇ। ਪ੍ਰਿੰਸੀਪਲ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਸਾਨੂੰ ਇਹ ਜਾਣਕਾਰੀ ਜਿਹੜੀ ਹੈ ਦਿੱਤੀ ਹੈ।